ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦਿਆਂ ਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਲੋਕ ਸੰਸਾਰ ਦੇ ਕਾਰ ਵਿਹਾਰ, ਸੰਸਾਰ ਦੀ ਰੰਗ ਰੌਣਕ, ਇਹਦੇ ਵਿੱਚ ਹੀ ਉਲਝੇ ਰਹਿੰਦੇ ਨੇ ਤੇ ਸਾਰੀ ਜ਼ਿੰਦਗੀ ਇਹਨੂੰ ਹੀ ਜਾਣਨ ਵਿੱਚ ਆਪਣਾ ਜੀਵਨ ਬਤੀਤ ਕਰ ਦਿੰਦੇ ਨੇ। ਮਾਇਆ ਦੀ ਚਕਾਚੌਂਧ, ਮਾਇਆ ਦੀ ਚਮਕ ਦਮਕ, ਮਾਇਆ ਦੇ ਕਾਰ ਵਿਹਾਰ। ਸਤਿਗੁਰੂ ਕਹਿੰਦੇ ਬੰਦੇ ਦਾ ਸਮੁੱਚਾ ਜੀਵਨ ਇਸ ਨੂੰ ਜਾਣਨ, ਇਸ ਨੂੰ ਖੱਟਣ, ਵਿਹਾਜਣ, ਇਸ ਨੂੰ ਹੀ ਸਾਂਭਣ ਤੇ ਜੀਵਨ ਗੁਜ਼ਰ ਜਾਂਦਾ ਹੈ। ਸਾਡਾ ਜੀਵਨ ਹੋਰ ਹੈ ਵੀ ਕੀ ਹੈ? ਮਾਇਆ ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਚੀਜ਼ਾਂ ਦੁਆਲੇ ਹੀ ਅਸੀਂ ਘੁੰਮਦੇ ਰਹਿੰਦੇ ਹਾਂ। ਕੁਝ ਨਹੀਂ ਹਾਸਲ ਹੋਇਆ ਤਾਂ ਉਸ ਨੂੰ ਹਾਸਲ ਕਰਨ ਦੇ ਦੁਆਲੇ ਘੁੰਮਦੇ ਰਹਿੰਦੇ ਆ। ਜੇ ਕੁਝ ਹਾਸਲ ਹੋ ਗਿਆ ਤਾਂ ਉਸ ਨੂੰ ਸਾਂਭ ਸੰਭਾਲਣ ਦੇ ਚੱਕਰ ਵਿੱਚ ਉਲਝੇ ਰਹਿੰਦੇ ਆ ਤੇ ਹੋਰ ਖੱਟਣ ਦੇ ਸੰਬੰਧ ਵਿੱਚ ਕਿ ਹੋਰ ਮਿਲ ਜਾਏ। ਥੋੜਾ ਹੋਵੇ ਤਾਂ ਵੀ, ਬਹੁਤਾ ਹੋਵੇ ਤਾਂ ਵੀ ਸਾਡੀ ਉਲਝਣ ਬਣੀ ਹੀ ਰਹਿੰਦੀ ਹੈ। ਕਿਤੇੋਂ ਵੱਧ ਮਿਲ ਜਾਏ ਉਹ ਵੀ ਸਾਡੇ ਲਈ ਥੋੜਾ ਮੁਸ਼ਕਲ ਹੁੰਦਾ ਹੈ ਤੇ ਕਿਤੋਂ ਘੱਟ ਮਿਲ ਜਾਏ ਉਹਨੂੰ ਵੀ ਸਹਿਣਾ ਔਖਾ ਹੁੰਦਾ ਹੈ। ਕਿਤੇੋਂ ਲੋੜ ਤੋਂ ਜ਼ਿਆਦਾ ਮਿਲ ਜਾਏ, ਜਿੱਥੋਂ ਉਮੀਦ ਨਾ ਹੋਵੇ, ਤੇ ਬੰਦਾ ਸੋਚਣ ਲੱਗ ਜਾਂਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੋਣੀ ਹੈ, ਵੱਧ ਨਹੀਂ ਸੀ ਮਿਲ ਸਕਦਾ। ਤੇ ਜੇ ਘੱਟ ਮਿਲੇ ਤਾਂ ਫਿਰ ਬੰਦਾ ਦੂਸਰੇ ਪਾਸੇ ਨੂੰ ਸੋਚਦਾ ਕਿ ਵੱਧ ਮਿਲਣਾ ਚਾਹੀਦਾ ਸੀ, ਘੱਟ ਮਿਲਿਆ। ਬਸ ਇੱਥੇ ਕੀ ਉਲਝ ਕੇ ਜੀਵਨ ਗੁਜ਼ਰਦਾ ਹੈ। ਸਤਿਗੁਰੂ ਕਹਿੰਦੇ ਮਾਇਆ ਦੇ ਵਿੱਚ ਹੀ ਬੰਦਾ ਉਲਝਿਆ ਰਹਿੰਦਾ ਹੈ, ਇਹਨੂੰ ਹੀ ਜਾਣਦਾ ਹੈ, ਇਹਨੂੰ ਹੀ ਸਮਝਦਾ ਹੈ, ਇਹਦੇ ਵਿੱਚ ਹੀ ਮਰ ਖੱਪ ਜਾਂਦਾ ਹੈ। ਇਹਦੇ ਤੋਂ ਕਦੇ ਬਾਹਰ ਨਿਕਲ ਹੀ ਨਹੀਂ ਪਾਉਂਦਾ। ਅਸੀਂ ਇਸ ਮਾਇਆ ਤੋਂ ਬਾਹਰ ਨਿਕਲਦੇ ਕਦੋਂ? ਅਸੀਂ ਜਨਮੇ ਵੀ ਇਸੇ ਵਿੱਚ ਸੀ ਤੇ ਅਸੀਂ ਮਰ ਵੀ ਇਹਦੇ ਵਿੱਚ ਹੀ ਜਾਣਾ ਹੈ। ਇਸ ਲਈ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਇਸ ਮਨ ਨੂੰ ਆਪਣੇ ਵੱਸ ਕਰ ਲਿਆ, ਉਹਨਾਂ ਮਾਇਆ ਦੇ ਵਿੱਚ ਉਲਝਣ ਤੋਂ, ਮਾਇਆ ਦੀ ਇਸ ਜ਼ਹਿਰ ਵਿੱਚ ਮਰਨ ਤੋਂ ਖੁਦ ਨੂੰ ਬਚਾ ਲਿਆ। ਉਹਨਾਂ ਨੇ ਇਸ ਚਿੱਕੜ ਵਿੱਚ ਆਪਣੇ ਆਪ ਨੂੰ ਲਿਬੜਨ ਤੋਂ ਬਚਾ ਲਿਆ, ਜਿਨ੍ਹਾਂ ਮਨ ਨੂੰ ਕਾਬੂ ਕਰ ਲਿਆ। ਸਤਿਗੁਰੂ
ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਬਚਨ ਅੰਦਰ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਜਿਹਨੇ ਮਨ ਨੂੰ ਚੂਰ ਲਿਆ, ਮਨ ਨੂੰ ਕਾਬੂ ਕਰ ਲਿਆ, ਉਹਨੇ ਸਭ ਜਾਣ ਲਿਆ। ਮਨ ਚੂਰੇ ਖਟ ਦਰਸ਼ਨ ਜਾਣ। ਖਟ ਦਰਸ਼ਨ 6 ਸ਼ਾਸਤਰ, ਉਹਨੇ ਸਭ ਸ਼ਾਸਤਰ ਜਾਣ ਲਏ। ਜਿੰਨੇ ਧਰਮ ਗ੍ਰੰਥ ਨੇ ਨਾ, ਉਹਨੇ ਸਭ ਜਾਣ ਲਏ। ਸਭ ਸ਼ਾਸਤਰਾਂ ਦਾ ਉਹ ਬੰਦਾ ਗਿਆਤਾ ਹੋ ਗਿਆ ਜਿਹਨੇ ਮਨ ਨੂੰ ਚੂਰ ਲਿਆ, ਜਿਹਨੇ ਮਨ ਨੂੰ ਕਾਬੂ ਕਰ ਲਿਆ। ਲੋਕ ਧਰਮ ਗ੍ਰੰਥਾਂ ਦੇ ਗਿਆਤਾ ਹੋ ਜਾਂਦੇ ਨੇ, ਸ਼ਾਸਤਰਾਂ ਦੇ ਜਾਣੂ ਹੋ ਜਾਂਦੇ ਨੇ, ਵਿਦਵਾਨ ਹੋ ਜਾਂਦੇ ਨੇ, ਪਰ ਮਨ ਨੂੰ ਨਹੀਂ ਕਾਬੂ ਕਰ ਪਾਉਂਦੇ। ਇਸ ਲਈ ਉਹਨਾਂ ਦਾ ਸਭ ਪੜ੍ਹਿਆ ਲਿਖਿਆ ਉਹ ਬੇਕਾਰ ਗਿਆ। ਸਤਿਗੁਰੂ ਨੇ ਇਸੇ ਲਈ ਕਿਹਾ, ਸਤਿਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਕਿ ਬੰਦਾ ਪੜ੍ਹਿਆ ਬਹੁਤ, ਬੜੀ ਵਿਦਿਆ ਹਾਸਲ ਕੀਤੀ, ਬੜੀ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਕੋਈ ਨਾ ਕੋਈ ਡਿਗਰੀ, ਕੋਈ ਨਾ ਕੋਈ ਉਪਾਧੀ, ਕੁਛ ਨਾ ਕੁਛ ਕਰਨ ਤੇ ਲੱਗੇ ਹੀ ਰਹਿੰਦੇ ਨੇ। ਕਈ ਐਸੇ ਬੰਦੇ ਨੇ, ਉਹਨਾਂ ਨੇ ਆਪਣੇ ਘਰ ਦੇ ਕਈ ਕਮਰੇ ਆਪਣੀਆਂ ਡਿਗਰੀਆਂ, ਆਪਣੀਆਂ ਉਪਲਬਧੀਆਂ ਇਹਨਾਂ ਦੇ ਨਾਲ ਹੀ ਸਜਾਏ ਹੋਏ ਨੇ। ਐਸਾ ਨਹੀਂ ਕਿ ਸਜਾਉਣਾ ਨਹੀਂ ਚਾਹੀਦਾ, ਰੱਖਣੀਆਂ ਚਾਹੀਦੀਆਂ ਬੰਦੇ ਨੂੰ ਆਪਣੀਆਂ ਉਪਲਬਧੀਆਂ, ਚੀਜ਼ਾਂ ਸੰਭਾਲ ਕੇ, ਪਰ ਉਹਨਾਂ ਦਾ ਅਹੰਕਾਰ ਬੁਰਾ ਹੈ, ਉਹਨਾਂ ਦੀ ਹਉਮੈ ਬੁਰੀ ਹੈ। ਸਤਿਗੁਰੂ ਕਹਿੰਦੇ ਹਉਮੈ ਕਰਦਾ ਹੈ ਬੰਦਾ, ਅਹੰਕਾਰ ਕਰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਮਨ ਨੂੰ ਕਾਬੂ ਨਹੀਂ ਕਰ ਸਕਿਆ, ਆਪਣੇ ਮਨ ਨੂੰ ਕਾਬੂ ਨਾ ਕਰ ਸਕਿਆ। ਉਹ ਮਨ ਉਸੇ ਤਰ੍ਹਾਂ ਡੋਲਦਾ ਹੈ, ਮਨ ਉਸੇ ਤਰ੍ਹਾਂ ਭਟਕਦਾ ਹੈ ਜਿਵੇਂ ਉਹ ਪਹਿਲਾਂ ਸੀ। ਜਦੋਂ ਉਹਨੇ ਗ੍ਰੰਥਾਂ ਨੂੰ ਨਹੀਂ ਸੀ ਪੜ੍ਹਿਆ, ਉਹਨਾਂ ਨੂੰ ਨਹੀਂ ਸੀ ਜਾਣਿਆ, ਜੈਸਾ ਉਹ ਪਹਿਲਾਂ ਸੀ, ਉਹਨਾਂ ਨੂੰ ਪੜ੍ਹਨ ਤੋਂ ਸਮਝਣ ਤੋਂ ਬਾਅਦ ਵੀ ਉਹ ਵੈਸਾ ਹੀ ਹੈ। ਵੈਸਾ ਹੀ, ਕੋਈ ਫਰਕ ਹੀ ਨਹੀਂ ਪਿਆ। ਸਤਿਗੁਰੂ ਕਹਿੰਦੇ ਫਿਰ ਲਾਭ ਕੀ ਹੋਇਆ? ਇੱਕ ਪਾਸੇ ਉਹ ਆਦਮੀ ਹੈ ਜਿਹਨੇ ਕੁਛ ਨਹੀਂ ਪੜ੍ਹਿਆ, ਜਿਹਨੇ ਗ੍ਰੰਥਾਂ ਦਾ, ਧਰਮਾਂ ਦਾ ਕੋਈ ਬਹੁਤ ਡੂੰਘਾ ਅਧਿਐਨ ਨਹੀਂ ਕੀਤਾ, ਪਰ ਉਸਨੇ ਮਨ ਨੂੰ ਕਾਬੂ ਕਰ ਲਿਆ। ਉਹਨੇ ਦੌੜ ਦੌੜ ਜਾਂਦੇ ਮਨ ਨੂੰ ਟਿਕਾ ਲਿਆ। ਇਸ ਮਨ ਨੂੰ ਬਾਹਰ ਭੱਜਣੋਂ ਉਹਨੇ ਰੋਕ ਲਿਆ। ਸਤਿਗੁਰੂ ਕਹਿੰਦੇ ਉਸਨੇ ਸਭ ਜਾਣ ਲਿਆ, ਉਹਨੇ ਸਭ ਜਾਣ ਲਿਆ। ਇਸ ਲਈ ਹੋਰ ਬਹੁਤਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਖਿਆਲ ਰੱਖਣਾ, ਸਤਿਗੁਰੂ ਦੀ ਬਾਣੀ ਕੀ ਕਹਿੰਦੀ? ਸਤਿਗੁਰੂ ਕਹਿੰਦੇ ਘਾਲ ਨਾ ਮਿਲਿਓ, ਸੇਬ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਿ ਬਹੁਤ ਘਾਲਣਾ, ਘਾਲਣ ਤੇ ਵੀ ਨਹੀਂ ਮਿਲਿਆ। ਉਹ ਬਹੁਤ ਸਾਰੀਆਂ ਤਪੱਸਿਆਵਾਂ, ਕਠਿਨ ਕਠਿਨ ਕੰਮ ਕਰਕੇ ਵੀ ਉਹ ਨਹੀਂ ਹਾਸਲ ਹੋਇਆ। ਬੜੀ ਘਾਲਣਾ ਘਾਲੀ, ਪਰ ਨਹੀਂ ਹਾਸਲ ਹੋਇਆ। ਬੜੀ ਸੇਵਾ ਕੀਤੀ, ਘਾਲ ਨਾ ਮਿਲਿਓ, ਸੇਬ ਨਾ ਮਿਲਿਓ। ਬੜਾ ਸਿਮਰਨ, ਸਾਧਨਾ, ਜਪ ਤਪ, ਬਹੁਤ ਕੁਛ ਕੀਤਾ, ਪਰ ਮਿਲਿਆ ਕਿਵੇਂ? ਮਿਲਿਓ ਆਏ ਅਚਿੰਤਾ। ਅਚਿੰਤੇ। ਜਿਸ ਦਿਨ ਮਨ ਟਿਕ ਗਿਆ, ਜਿਸ ਦਿਨ ਅਸੀਂ ਸ਼ਾਂਤ ਹੋ ਕੇ ਬਹਿ ਗਏ, ਜਿਸ ਦਿਨ ਮਨ ਦੀ ਦੌੜ ਮਿਟ ਗਈ। ਬਸ ਆ ਮਨ ਦੀ ਦੌੜ ਇਹੀ ਨਹੀਂ ਸਾਨੂੰ ਟਿਕਣ ਦਿੰਦੀ। ਸਰੀਰ ਸਾਡਾ ਬੈਠਾ ਹੈ, ਮਨ ਦੌੜੀ ਜਾਂਦਾ ਹੈ। ਸਰੀਰ ਸਿਮਰਨ ਵਿੱਚ ਲੱਗਾ ਹੈ, ਮਨ ਕਿਸੇ ਹੋਰ ਹੀ ਚੀਜ਼ ਨੂੰ ਚੇਤੇ ਕਰ ਰਿਹਾ ਹੈ।
सतगुरु कहते मन नू चूर, मन नू कुट, मन नू काबू कर। बंदा जुबान नू चुप करा लेंदा, मूँह दे उत्ते कपड़ा बन लेंदा, पर मन चुप नहीं करता। अपने मूँह नू हथ नाल घुट लेंदा कि आवाज़ ना निकले, पर मन विचों आवाज़ां निकलदियां रहिंदियां। अखां बंद कर लेंदा कि मैं देखना नहीं, पर जिवें ही अखां बंद करदा है, अखां बंद करदे ही वो कुछ दिसण लग पैंदा जिहड़ा अखां खोल के भी नहीं दिखदा। अखां ते भावें पट्टी बन लवो, अखां ते भावें हथ रख लवो, पर मन बहुत कुछ देख जाता जे। मन अगे दी कल्पना कर लेंदा, अगे दी मन अगांह दी कल्पना कर लेंदा। इसलिए मन बहुत कुछ सुन लेंदा, चाहे तुसी कन्नां ते पड़दा पा लवो, कन्नां ते विच रूं दे लवो, मन सुनी लेंदा बड़ा कुछ। इसलिए गल कन्नां नूं ढकण दी, अखां नूं ढकण दी जां जुबान नूं बंद करन दी नहीं है। इस संबंध विच तां गुरु नानक साहब ने पहले ही कह दिता कि चुप है, चुप ना होवे। जुबान नूं चुप कराउण नाल मन चुप नहीं हुंदा। मौन धारण करन नाल मन नहीं मौनी हुंदा। मन मौन धारण करे, मन चुप करे। जुबान बोले, बोलण दिओ उसनूं। जुबान गाउंदी है, उहनूं गाउण दिओ, पर मन चुप करे। तुसी कदी कल्पना करके देखो, इस बारे सोच के वेखो कि मन विच कोई फुरना उठे ही ना, मन विच कोई ख्याल पैदा ही ना होवे ते जुबान गल्लां कर रही होवे। थोड़ा मुश्किल जरूर है। हो सकता है सानू लगे कि ऐसा तो हो ही नहीं सकता, ऐसा हुंदा है, साडे नाल नहीं हुंदा, पर ऐसा हुंदा है। जदों मन खाली होवे, फिर कदे उहदा कीर्तन करके देखना। वैसे साडा मन कदे खाली नहीं हुंदा, भरिया रहिंदा कूड़ कबाड़ नाल। जदों बिल्कुल खाली, कोई ना चंगी विचार ना मंदी विचार, ना कुछ भला ना कुछ बुरा, कुछ भी नहीं मन विच। जदों मन बिल्कुल खाली है, शांत होया, उस वेले ये मन, ये जुबान जदों कुछ बोलेगी, ये जुबान जदों कुछ कहेगी, उस कहे दा मुल होवेगा। उस बोले दी इंपॉर्टेंस होवेगी। शायद इसे नूं गुरु साहब ने कहा कि नानक दास मुख ते जो बोले इहां उहां सच हो गया। शायद इसे नूं हिंदू कहंदे ने कि 24 घंटे विच एक बारी सरस्वती बंदे दी रसना ते वसदी। शायद इसे नूं उन्हां ने कहा। इसलिए हमेशा संकोच के बोलना चाहिए। की पता किहड़े वेले साडी जुबान ते रब होवे। कई बार हुंदा ना कि तुसीं कुछ अपनी जुबान तो कहंदे हो, उसे वेले पूरा हो जांदा है, ते फिर बंदा कहंदा चंगा हुंदा जे मैं कुछ होर मंग लैंदा। तुसीं कुछ कहा ते वो तुरंत मिल गया तुहानूं उसे वेले, जां तुसीं किसे नूं याद कीता वो उसे वेले तुहाडे दरवाजे ते आ गया। तुसीं क्या कि रब्बा जे मैं कुछ होर मंग लैंदा तो शायद वो भी मिल जाता। इसलिए हमेशा बड़ा सोच समझ के, बड़ा संकोच के बोली दा, क्योंकि पता नहीं साडी जुबान तो क्या किहड़ा बोल कदों सच हो जाना।
इसलिए मन जदों बिल्कुल शांत होवे, बिल्कुल खाली, जदों बिल्कुल वस होवे तुहाडे, बिल्कुल मन तुहाडे वस विच है, बिल्कुल शांत है, तुसीं जिथे बिठा लिया मन नूं ये बह गया, जो दिखाया वो देखण लग पिया, जो सुनाया वो सुनने लग पिया। सानू बहुत भरम है, सानू लगता है कि असीं रोज गुरुद्वारे आ जाते हैं, कथा कीर्तन सुनते हैं, बैठते हैं, सेवा करते हैं। ख्याल रखना, मन सानू ले आउंदा है, बिठा दिंदा है, चलिया जांदा है, बस। उस तो बाद की कुछ वापरदा है सानू चेता ही नहीं हुंदा। मन सानू रोज गुटका दे के बिठा दिंदा है कि पाठ कर, पाठ करन लगदे आ, मन किधरे उड़ पुड़ जांदा है, जदों पाठ समाप्त हुंदा है ये मुड़े आउंदा है। ऐसा रोज बहुत सारे लोगों नाल वापरदा है। पर बंदे नूं ये भरम पिया रहिंदा है कि मैं तां रोज सिमरन करना है, मैं तां रोज गुरुद्वारे जाना है, मैं तां रोज मंदिर जाना है, मैं रोज सिमरन करदा है, मैं रोज पाठ करदा है, मैं रोज गुरु दी सेवा करदा है। इसलिए करदा होया भी और कुछ नहीं कर पांदा। करदा बहुत कुछ है पर कुछ थां ही नहीं पैंदा, कुछ लेखे नहीं लगदा। बहुत सारे लोगों की सारी जिंदगी बीत गई इसे तरह करदे आ, पर प्राप्ति कुछ भी नहीं हुई, हासिल कुछ भी नहीं होया, क्योंकि मन दी इस खेड नूं समझ नहीं सके, मन दी इस लीला नूं समझ नहीं सके। मन किवें साडे नाल खेड रिहा, रोज सानू ला दिंदा है, असीं लगे रहने आ, मन उड़ जांदा है। कई सालों तो ऐसा ही हो रहा है, असीं समझिया ही नहीं। ते साडे मन विच इस गल दा हंकार कि मैं तां रोज सेवा करदा, मैं तां रोज सिमरन करदा, मैं तां रोज बाणी पढ़दा, मैं तां रोज गुरुद्वारे जांदा। वो अहंकार रोज कई सालों का पक्का हो गया। ऐसा पक्का होया कि हुण ये भी लगन लग पिया कि मैं तो चंगा वां, क्योंकि दूसरे लोग तो गुरुद्वारे जाते नहीं, मैं जाना वा। एक चीज दे नाल नाल दूसरियां चीज़ां जुड़दियां जांदियां, हंकार मजबूत होंदा जांदा है साडा, इसलिए खाली रह जाते हैं। सतगुरु कहंदे इस नूं चूर, इस नूं काबू कर, इस मन नूं, कि तुसी मन दे लिआंदे ना आवो, अपने आप आवो, अपने आप गुरु दे दर जुड़ो, ना कि मन लेके आवे। तुसी मन नूं लिआओ, मन नूं गुरु दे दर छड्डो। जिवें तुसी अपने बच्चे नूं स्कूल छड्ड आंदे, मां कहंदी है कि चंगा होवेगा कि इस स्कूल जान लग जाएगा, जिस दिन स्कूल जान लगेगा उस दिन मैनू चैन आएगा, क्योंकि टिकण नहीं दिंदा मैनू ये बच्चा। बस ऐसा ही जिस दिन ये मन गुरु दे स्कूल, गुरु दे दर जुड़न लग पिया ना, फिर सानू चैन आना है, फिर सानू टिका आना है। फिर तुसी गुरु दे दर छड्ड के जिथे मर्जी चले जाओ, मन नूं गुरु दे चरनां नाल जोड़ गए, गुरु आपे ही साम लेगा इसनूं। इसलिए सतगुरु कहंदे मन चूरे खट दर्शन जान। जदों मन काबू आ जांदा है तां इस सब शास्त्रां दा जाणू हो जांदा है। जदों ये काबू आ गया तां सर्वजोत पूਰਨ भगवान, सारियां विच उस भगवान दी, परमात्मा दी वसदी जोत दिस पैंदी है। जदों ये मन थिर हो गया, सब विच वसदा वो नजर आ गया, सब अंदर कि ओही वस रहा है, ओही है, उहदे तो बिना होर कुछ है ही नहीं। ओही
इसलिए सतगुरु समझाਉਂਦੇ जिन्हां ने इस मन नूं काबू कर लिया, जिन्हां ने घट घट विच वसदे उस वाहिगुरू नूं जान लिया, उहदी जोत नूं पहचान लिया, सतगुरु कहंदे उन्हां लई सब चीज़ां एक समान हो गईयां। गृह बन समसर सहज सुभाए, ਉਹਦੇ ਲਈ ਘਰ ਤੇ ਜੰਗਲ, ਗ੍ਰਹਿ ਘਰ ਬਨ ਜੰਗਲ, ਉਹਦੇ ਲਈ ਘਰ ਤੇ ਜੰਗਲ ਇੱਕ ਸਮਾਨ, ਕਿ ਜੰਗਲ ਵੀ ਉਹਦੇ ਲਈ ਉਹੋ ਜਿਹਾ ਹੀ ਹੈ ਤੇ ਘਰ ਵੀ ਉਹਦੇ ਲਈ ਉਹੋ ਜਿਹਾ ਹੀ ਹੈ। ਉਹਦੇ ਲਈ ਇੱਕੋ ਜਿਹਾ ਹੀ ਹੈ ਸਾਰਾ ਕੁਝ। ਲੋਕ ਸ਼ਾਂਤੀ ਦੀ ਤਲਾਸ਼ ਵਿੱਚ ਜੰਗਲਾਂ ਵਿੱਚ ਜਾਂਦੇ ਨੇ कि जंगल विच शांत माहौल मिलेगा, पर उत्थे जाके भी बंदा अशांति का ही बंदोबस्त कर लैंदा है। उत्थे जाके भी बंदा उही कुछ करदा है जो वो इत्थे संसार विच शहर विच करदा है। कुछ ना कुछ ऐसा बंदोबस्त, कुछ ना कुछ चेले बाल के पाल लेगा, छोटी मोटी कुटिया बना लेगा, ਉਹੀ कुछ जोड़ लेगा जो वो संसार विच अपने घर जोड़ी बैठा सी। इसलिए उन्होंने शांति नहीं लभदी। पर सतगुरु कहते जिन्हें मन नूं शांत कर लिया, जिन्हें मन नूं एकागर कर लिया, वो भावें जंगल विच होवे ते भावें शहर विच, ਉਹਦੇ ਲਈ ਦੋਨੋਂ ਸਮਾਨ ਹੀ ਹੈ। ਕਿਉਂਕਿ ਸ਼ਾਂਤੀ ਦਾ ਸੰਬੰਧ ਸਾਡੇ ਅੰਦਰ ਨਾਲ ਹੈ, ਜਗ੍ਹਾ ਨਾਲ ਨਹੀਂ, ਜਗ੍ਹਾ ਨਾਲ ਬਿਲਕੁਲ ਨਹੀਂ। ਹਾਂ ਸ਼ੁਰੂ ਵਿੱਚ ਹੋ ਸਕਦਾ ਹੈ, ਸ਼ੁਰੂ ਵਿੱਚ ਹੋ ਸਕਦਾ ਹੈ ਕਿ ਤੁਸੀਂ ਕਿਸੇ ਸ਼ਾਂਤ ਥਾਂ ਤੇ ਬੈਠ ਕੇ, ਜਿੱਥੇ ਰੌਲਾ ਗੋਲਾ ਨਾ ਹੋਵੇ, ਉੱਥੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਲਵੋ। पर जदों टिक जाओ, जदों उस टिका नूं हासिल कर लवो, तो फिर चाहे जिथे मर्जी चले जाओ, जिन्ना मर्जी रौला होवे, वो रौला तुहाडा कुछ नहीं बिगाड़ सकता। जदों तक असीं टिके नहीं ना हुंदे, उदों तक सानूं बाहर दा टिका चाहीदा है। असीं बाहर दा टिका लभदे फिरदे हां कि शांति होवे, रौला ना होवे। जदों असीं टिक जांदे हां, फिर भावें जो मर्जी चीस घियाड़ पैंदा होवे, कोई फर्क नहीं पैंदा उहदे नाल, कुछ नहीं हुंदा उहदे नाल। इसलिए अपने अंदर नूं शांत करना, अपने अंदर नूं, कि कुछ भी हो जावे बस बैठे हैं शांत, बिल्कुल टिका है। बाहरली आवाज़, बाहरला शोर ਤੁਹਾਡੇ ਅੰਦਰ ਦੀ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦਾ। ਉਹਦੀ ਕੋਈ ਔਕਾਤ ਨਹੀਂ ਹੈ ਕਿ ਤੁਹਾਡੇ ਅੰਦਰ ਦਾ ਟਿਕਾ ਤੋੜ ਦੇਵੇ, ਪਰ ਟਿਕਾ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਦੇ ਕੋਲ ਟਿਕਾ ਦਾ ਪਖੰਡ ਹੁੰਦਾ, ਉਹਨਾਂ ਦਾ ਟਿਕਾ ਜਰਾ ਜੀ ਆਵਾਜ਼ ਨਾਲ ਟੁੱਟ ਜਾਂਦਾ ਹੈ। ਉਹਨਾਂ ਦੀ ਸ਼ਾਂਤੀ ਜਰਾ ਜਿਹਾ ਬੱਚੇ ਦੇ ਇੱਧਰ ਉੱਧਰ ਜਰਾ ਜੀ ਸ਼ਰਾਰਤ ਕਰਨ ਤੇ ਟੁੱਟ ਜਾਂਦੀ ਹੈ। ਪਰ ਜਦੋਂ ਸਾਡੇ ਮਨ ਦਾ ਟਿਕਾ ਸੰਪੂਰਨ ਹੈ, ਬਿਲਕੁਲ ਸ਼ਾਂਤ ਹਾਂ, ਟਿਕੇ ਹੋਏ ਹਾਂ, ਤੇ ਚਾਹੇ ਕੁਛ ਵੀ ਆਵਾਜ਼ ਹੋਵੇ, ਕੋਈ ਵੀ ਸ਼ੋਰ ਹੋਵੇ, ਕਿਸੇ ਬੱਚੇ ਦੀ ਹਰਕਤ ਹੋਵੇ, ਬੱਚੇ ਦਾ ਰੌਲਾ ਹੋਵੇ, ਉਹ ਸਾਡੇ ਮਨ ਨੂੰ ਤੋੜ ਨਹੀਂ ਸਕਦਾ। इसलिए सतगुरु कहते गृह बन समसर सहज सुभाए, सब थाई शांत। तुसी अपने घर बैठे हो तां भी शांत, गुरुद्वारे बैठे हो तां भी शांत, तुसी अपनी दुकान ते बैठे हो, अपने ऑफिस बैठे हो, शांत। तुसी किसी ब्याह शादी विच गए हो, बड़ा डीजे चल रहा है, बड़ा शोर पै रहा है, तुसी तां भी शांत हो। लोग नच रहे ने, खा पी रहे ने, वो चाहे वैज खाण चाहे नॉन वैज,
ਤੁਹਾਡੇ ਮਨ ਦੀ ਸ਼ਾਂਤੀ ਨਹੀਂ ਭੰਗ ਹੁੰਦੀ ਉਹਦੇ ਨਾਲ। ਮਨ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉਹਦਾ। ਜਦੋਂ ਮਨ ਟਿਕਿਆ ਹੋਇਆ, ਜਦੋਂ ਮਨ ਜੁੜਿਆ ਹੋਇਆ, ਉਦੋਂ। ਜਦੋਂ ਨਹੀਂ ਜੁੜਿਆ ਉਦੋਂ ਇਹ 100 ਪਖੰਡ ਕਰੇਗਾ ਕਿ ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਸਹਿਜ ਸੁਭਾਅ, ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਕਿ ਸਹਿਜ ਸੁਭਾਏ ਸ਼ਾਂਤ ਹੈ। ਚਾਹੇ ਜੰਗਲ ਵਿੱਚ ਬਹਿ ਜਾਏ ਤੇ ਚਾਹੇ ਆਪਣੇ ਘਰ ਬਹਿ ਜਾਏ, ਉਹਦੇ ਲਈ ਦੋਨੋਂ ਥਾਂ ਹੀ ਮੰਗਲ ਹੈ। ਦੁਰਮਤ ਗੱਤ ਪਈ ਕੀਰਤ ਠਾਏ, ਉਹਦੀ ਦੁਰਮਤ ਭੈੜੀ ਮਤ ਗੱਤ ਪਈ ਮਤਲਬ ਚਲੀ ਗਈ, ਖਤਮ ਹੋ ਗਈ। ਮਨ ਦੀ ਭੈੜੀ ਮਤ ਦੁਰਮਤੀ ਖਤਮ ਹੋ ਗਈ, ਦੁਰਮਤ ਹੈ ਹੀ ਨਹੀਂ ਹੁਣ। ਹੁਣ ਮਨ ਸਮੱਤ ਨਾਲ ਭਰਿਆ, ਮਨ ਦੀ ਕੁਮੱਤ ਖਤਮ ਹੋ ਗਈ। ਕਦੋਂ? ਜਦੋਂ ਕੀਰਤ ਠਾਏ, ਜਦੋਂ ਮੱਤ ਵਿੱਚ ਵਾਹਿਗੁਰੂ ਦੀ ਕੀਰਤੀ ਆ ਗਈ, ਜਦੋਂ ਮੱਤ ਵਿੱਚ ਪਰਮੇਸ਼ਰ ਦੀ ਕੀਰਤੀ ਆ ਗਈ। ਸਤਿਗੁਰੂ ਕਹਿੰਦੇ ਦੁਰਮਤ ਖਤਮ ਹੋ ਗਈ। ਸਾਡੀ ਦੁਰਮਤ ਉਦੋਂ ਹੀ ਮਿਟਦੀ ਹੈ ਜਦੋਂ ਵਾਹਿਗੁਰੂ ਦੀ ਕੀਰਤ ਆਉਂਦੀ ਹੈ ਸਾਡੇ ਮਨ ਅੰਦਰ, ਉਹਦੀ ਸਿਫਤ ਸਲਾਹ, ਜਦੋਂ ਉਹਦੇ ਗੁਣ ਗਾਉਣ ਲੱਗ ਜਾਂਦੇ ਆ ਅਸੀਂ, ਸਾਡੀ ਮੱਤ ਉਸ ਪ੍ਰਮਾਤਮਾ ਨੂੰ ਸਿਮਰਨ ਲੱਗ ਜਾਂਦੀ। ਇਸੇ ਲਈ ਤਾਂ ਸਤਿਗੁਰੂ ਬਾਰ-ਬਾਰ ਕਹਿੰਦੇ ਨੇ ਬਾਣੀ ਵਿੱਚ ਕਿ ਸਾ ਮਤ ਦੇਹੋ ਦਿਆਲ ਪ੍ਰਭ, ਗੁਰਾ ਇੱਕ ਦੇ ਬੁਝਾਈ। ਐਸੀ ਮੱਤ ਦੇ, ਐਸੀ ਸਮਝ ਦੇ ਕਿ ਹਰ ਵੇਲੇ ਤੈਨੂੰ ਸਿਮਰਦੇ ਰਹੀਏ। ਜਦੋਂ ਸਾਡੀ ਮੱਤ ਉਸ ਨੂੰ ਸਿਮਰਨ ਲੱਗ ਜਾਂਦੀ ਹੈ, ਸਤਿਗੁਰੂ ਕਹਿੰਦੇ ਦੁਰਮਤ ਬਿਨਸ ਜਾਂਦੀ ਹੈ। ਸੱਚ ਪੌੜੀ ਸਾਚੋ ਮੁਖ ਨਾਉ, ਵਾਹਿਗੁਰੂ ਦਾ ਨਾਮ ਹੀ ਸੱਚੀ ਪੌੜੀ ਹੈ। ਜਿਸਨੇ ਸੱਚ ਦੀ ਪੌੜੀ ਤੇ ਪੈਰ ਧਰਿਆ, ਵਾਹਿਗੁਰੂ ਦੇ ਨਾਮ ਨੂੰ ਸਿਮਰਿਆ, ਸਤਿਗੁਰੂ ਕਹਿੰਦੇ ਉਹ ਪਾਰ ਲੰਘ ਗਿਆ, ਉਹ ਪਾਰ ਲੰਘ ਗਿਆ। ਸੱਚ ਪੌੜੀ ਸਾਚੋ ਮੁਖ ਨਾਉ, ਸਤਿਗੁਰ ਸੇਵ ਪਾਏ ਨਿਜ ਥਾਉ। ਗੁਰੂ ਨੂੰ ਸੇਵ ਕੇ ਨਿਜ ਥਾਂ ਹਾਸਲ ਕਰ ਲਈ। ਅੰਤਰ ਆਤਮੇ ਆਪਣਾ ਘਰ ਮਿਲ ਪਿਆ, ਆਪਣਾ ਟਿਕਾ, ਆਪਣਾ ਸਥਾਨ, ਨਿਜ ਘਰ, ਜਿੱਥੇ ਅਸੀਂ ਆਤਮ ਵਿੱਚ ਟਿਕਦੇ ਹਾਂ। ਆਤਮ ਵਿੱਚ ਫਕੀਰ ਦੇ ਕੋਲ ਸਾਡੇ ਵਰਗਾ ਜਾਂ ਹੋਰ ਉਹਦੇ ਕੋਲ ਜ਼ਮੀਨ ਜਾਇਦਾਦ ਜਾਂ ਹੋ ਸਕਦਾ ਘਰ ਨਾ ਹੋਵੇ, ਪਰ ਉਹਦੇ ਕੋਲ ਅੰਤਰ ਆਤਮੇ ਘਰ ਹੈ, ਉਹ ਟਿਕਿਆ ਹੋਇਆ ਹੈ, ਬਿਲਕੁਲ ਸ਼ਾਂਤ, ਕਿਉਂਕਿ ਉਹ ਆਪਣੇ ਘਰ ਵਿੱਚ ਬੈਠਾ ਹੈ। ਉਹ ਬਾਹਰ ਉਜਾੜ ਵਿੱਚ ਵੀ ਬੈਠਾ ਹੋਵੇ ਤਾਂ ਵੀ ਉਹ ਆਪਣੇ ਘਰ ਵਿੱਚ ਹੀ ਬੈਠਾ ਹੈ, ਕਿਉਂਕਿ ਉਹਨੂੰ ਆਪਣਾ ਨਿੱਜ ਘਰ ਮਿਲ ਗਿਆ ਹੈ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਨੂੰ ਸੇਵ ਕੇ ਨਿੱਜ ਘਰ ਪ੍ਰਾਪਤ ਹੁੰਦਾ ਹੈ, ਨਿੱਜ ਥਾਂ ਮਿਲਦੀ ਹੈ। ਗੁਰੂ ਸਾਨੂੰ ਨਿੱਜ ਥਾਂ ਤੋਂ ਜਾਣੂ ਕਰਾਉਂਦਾ ਹੈ। ਸਤਿਗੁਰ ਸੇਵ ਪਾਏ ਨਿਜ ਥਾਉ, ਮਨ ਚੂਰੇ ਖਟ ਦਰਸ਼ਨ ਜਾਣ। ਜਿਹਨੇ ਮਨ ਨੂੰ ਚੂਰ ਲਿਆ, ਮਨ ਨੂੰ ਕਾਬੂ ਕਰ ਲਿਆ, ਉਸ ਨੇ 6 ਸ਼ਾਸਤਰਾਂ ਦਾ ਗਿਆਨ ਹਾਸਲ ਕਰ ਲਿਆ। ਉਹ ਸਭ ਸ਼ਾਸਤਰਾਂ ਦਾ ਜਾਣੂ ਹੋ ਗਿਆ, ਉਹਨੂੰ ਸਭ ਦਰਸ਼ਨ ਸ਼ਾਸਤਰ ਦੀ ਸੋਝੀ ਹੋ ਗਈ, ਜਿਹਨੇ ਮਨ ਨੂੰ ਜਿੱਤ ਲਿਆ। ਸਰਬਜੋਤ ਪੂਰਨ ਭਗਵਾਨ, ਸਭ ਥਾਈਂ ਵਸਦੀ ਵਾਹਿਗੁਰੂ ਦੀ ਭਗਵਾਨ ਦੀ ਜੋਤ ਨੂੰ ਜਾਣ ਲਿਆ ਕਿ ਸਭ ਥਾਈਂ ਉਸੇ ਦੀ ਜੋਤ ਹੈ। ਰਹਾ ਅਧਿਕ ਤਿਆਸ ਭੇਖ ਵਾ ਕਰੇ। ਸਤਿਗੁਰੂ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਵਿੱਚ ਬੰਦਾ ਬੜੇ ਭੇਖ ਧਾਰਨ ਕਰਦਾ ਹੈ। ਮਾਇਆ ਦਾ ਲੋਭ, ਮਾਇਆ ਦੀ ਤ੍ਰਿਸ਼ਨਾ ਬੰਦੇ ਤੋਂ ਬਹੁਤ ਕੁਝ ਕਰਾਉਂਦੀ, ਬੜਾ ਕੁਝ ਕਰਵਾ ਲੈਂਦੀ। ਸਤਿਗੁਰੂ ਕਹਿੰਦੇ ਭੇਖ ਬਹੁ ਕਰੇ। ਕਦੇ ਇਹ ਧਰਮ ਦਾ ਚੋਲਾ ਪਹਿਨ ਲੈਂਦਾ ਹੈ ਮਾਇਆ ਦੀ ਖਾਤਰ, ਕਦੇ ਕੁਛ ਤੇ ਕਦੇ ਕੁਛ। ਮਾਇਆ ਦੀ ਖਾਤਰ ਐਸਾ ਹੀ ਹੁੰਦਾ ਨਾ, ਮਾਇਆ ਦੀ ਖਾਤਰ, ਰੁਤਬਿਆਂ ਦੀ ਖਾਤਰ, ਚੀਜ਼ਾਂ ਦੀ ਖਾਤਰ, ਅਹੁਦਿਆਂ ਦੀ ਖਾਤਰ ਕਦੇ ਕਿਸੇ ਦੇ ਦਰ ਤੇ ਚਲੇ ਜਾਂਦੇ ਆ, ਕਦੇ ਕਿਸੇ ਦੇ। ਦੇਖਦੇ ਹੋ ਤੁਸੀਂ ਸਾਡੇ ਲੀਡਰਾਂ ਦਾ ਹਾਲ ਕਿ ਕਦੇ ਉਹਨਾਂ ਨੂੰ ਕਿਸੇ ਡੇਰੇ ਦੇ ਉੱਤੇ ਜਾਂਦੇ ਦੇਖੋਗੇ, ਕਦੇ ਕਿਸੇ ਡੇਰੇ ਤੇ। ਕਿਉਂ? ਕਿਉਂਕਿ ਮਾਇਆ ਚਾਹੀਦੀ ਹੈ। ਮਾਇਆ ਮਤਲਬ ਕੁਰਸੀ ਚਾਹੀਦੀ ਹੈ, ਅਹੁਦਾ ਚਾਹੀਦਾ ਹੈ, ਰੁਤਬਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਬੰਦੇ ਨੂੰ ਭਟਕਾਉਂਦੀ ਹੈ, ਇਹ ਬੰਦੇ ਨੂੰ ਕੁਰਾਹੇ ਪਾਉਂਦੀ ਹੈ। ਬੰਦਾ ਕੁਰਾਹੇ ਪਿਆ ਰਹਿੰਦਾ ਹੈ, ਭੇਖ ਧਾਰਨ ਕਰਦਾ ਹੈ, ਪਖੰਡੀ ਹੋ ਜਾਂਦਾ ਹੈ।
ਇਸ ਲਈ ਮਾਇਆਧਾਰੀ ਪਖੰਡੀ ਹੋ ਜਾਂਦਾ ਹੈ। ਧਰਮ ਦਾ ਲਿਬਾਸ ਉਹਦੇ ਸਰੀਰ ਉੱਤੇ ਰਹਿ ਜਾਂਦਾ ਹੈ, ਪਰ ਧਰਮ ਨਹੀਂ ਹੁੰਦਾ ਉਹਦੇ ਕੋਲ। ਦੁੱਖ ਵਿਖਿਆ ਸੁਖ ਤਨ ਪਰ ਹਰੈ। ਜਿਹੜਾ ਮਾਇਆ ਦੇ ਮੋਹ ਵਿੱਚ ਪੈ ਜਾਂਦਾ ਹੈ, ਸਤਿਗੁਰੂ ਕਹਿੰਦੇ ਵਿਖਿਆ ਵਿਸ਼ਿਆਂ ਦਾ ਦੁੱਖ ਭੋਗਦਾ ਹੈ ਅਤੇ ਸੁਖ ਉਹਦੇ ਤਨ ਤੋਂ ਦੂਰ ਹੋ ਜਾਂਦਾ ਹੈ। ਸੁਖ ਤਨ ਪਰ ਹਰੈ, ਸੁਖ ਉਹਦੇ ਤਨ ਨੂੰ ਛੱਡ ਕੇ ਚਲਿਆ ਜਾਂਦਾ ਹੈ ਤੇ ਦੁੱਖ ਉਹਦੇ ਪੱਲੇ ਪੈ ਜਾਂਦਾ ਹੈ। ਕਾਮ ਕ੍ਰੋਧ ਅੰਤਰ ਧਨ ਹਿਰੈ। ਕਾਮ ਕ੍ਰੋਧ ਜਿਹੜੇ ਨੇ ਇਹ ਬੰਦੇ ਦੇ ਅੰਦਰੋਂ ਧਨ ਨੂੰ ਚੋਰੀ ਕਰ ਲੈਂਦੇ ਨੇ। ਕਾਮ ਕ੍ਰੋਧ ਇਹ ਜੋ ਵਿਸ਼ੇ ਵਿਕਾਰ ਨੇ ਨਾ, ਸਾਡੇ ਅੰਦਰ ਦੇ ਗੁਣਾਂ ਨੂੰ ਇਹ ਚੋਰੀ ਕਰਦੇ ਨੇ। ਤੁਸੀਂ ਗੌਰ ਕਰਨਾ, ਕਿਉਂਕਿ ਵਾਸਨਾ ਜਿਹੜੀ ਹੈ ਨਾ, ਇਹ ਸਮੇਂ-ਸਮੇਂ ਤੇ ਬੰਦੇ ਦੇ ਮਨ ਅੰਦਰ ਉੱਠਦੀ ਰਹਿੰਦੀ ਹੈ। ਸਮੇਂ-ਸਮੇਂ ਤੇ ਜਿਵੇਂ ਸਾਡੇ ਸਰੀਰ ਦੇ ਵਿੱਚ ਸਾਨੂੰ ਜਦੋਂ ਖਾਣੇ ਦੀ ਲੋੜ ਹੁੰਦੀ ਹੈ ਤਾਂ ਭੁੱਖ ਉੱਠਦੀ ਹੈ ਨਾ, ਇਸੇ ਤਰ੍ਹਾਂ ਸਰੀਰ ਦੇ ਅੰਦਰ ਮਨ ਅੰਦਰ ਵਾਸਨਾ ਵੀ ਉੱਠਦੀ ਹੈ। ਤੇ ਹੁਣ ਜਦੋਂ ਵਾਸਨਾ ਉੱਠੇ, ਚਾਹੇ ਉਹ ਕ੍ਰੋਧ ਦੀ ਵਾਸਨਾ ਹੋਵੇ, ਚਾਹੇ ਉਹ ਮੋਹ ਦੀ ਹੋਵੇ, ਚਾਹੇ ਲੋਭ ਦੀ, ਤਾਂ ਗੌਰ ਕਰਿਓ, ਉਹਦਾ ਧਿਆਨ ਰੱਖਿਓ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ, ਤੁਸੀਂ 2-3 ਦਿਨ 4 ਦਿਨ ਰੋਜ਼ ਸਿਮਰਨ ਕਰ ਰਹੇ ਹੋ, ਮਨ ਸ਼ਾਂਤ ਜਿਹਾ ਤੁਹਾਨੂੰ ਲੱਗ ਰਿਹਾ ਹੈ, ਤਾਂ ਥੋੜੇ ਕੁ ਸਮੇਂ ਬਾਅਦ ਜਦੋਂ ਮਨ ਵਿੱਚ ਵਾਸਨਾ ਉੱਠ ਖੜੋਂਦੀ ਹੈ ਨਾ, ਤਾਂ ਉਸ ਤੋਂ ਬਾਅਦ ਫਿਰ ਮਨ ਟਿਕਦਾ ਨਹੀਂ ਹੈ, ਫਿਰ ਮਨ ਲੱਗਦਾ ਨਹੀਂ ਹੈ। ਜਿਹੜਾ ਕੱਲ ਲੱਗ ਰਿਹਾ ਸੀ ਉਹ ਅੱਜ ਨਹੀਂ ਲੱਗੇਗਾ, ਕਿਉਂਕਿ ਕੱਲ ਤੇ ਅੱਜ ਦੇ ਵਿਚਕਾਰ ਮਨ ਦੀ ਵਾਸਨਾ ਦਾ ਸੰਬੰਧ ਜੁੜ ਗਿਆ। ਮਨ ਵਿੱਚ ਕਾਮ ਜਾਂ ਕ੍ਰੋਧ ਜਾਂ ਲੋਭ ਜਾਂ ਮੋਹ ਜਾਂ ਹੰਕਾਰ, ਇਹਨਾਂ ਵਿੱਚੋਂ ਇੱਕ ਵੀ ਆ ਗਿਆ ਤਾਂ ਉਹ ਤੁਹਾਡੇ ਮਨ ਨੂੰ ਜੁੜਨ ਨਹੀਂ ਦੇਵੇਗਾ। ਉਹ ਪਹਿਲਾਂ ਵਾਲੀ ਕੱਲ ਵਾਲੀ ਗੱਲ ਨਹੀਂ ਬਣੇਗੀ। ਜੋ ਕੱਲ ਸ਼ਾਂਤੀ ਜੀ ਮਹਿਸੂਸ ਕਰਦੇ ਸੀ ਉਹ ਹੁਣ ਨਹੀਂ, ਕਿਉਂਕਿ ਕੁਝ ਵਾਪਰ ਗਿਆ, ਕੁਝ ਵਾਪਰ ਗਿਆ ਇਸ ਸਮੇਂ ਦੌਰਾਨ। ਇਸ ਲਈ ਤੇ ਧਰਮ ਬਾਰ-ਬਾਰ ਕਹਿੰਦਾ ਹੈ ਕਿ ਹਰ ਵੇਲੇ ਤੇਰੇ ਅੰਦਰ ਸਿਮਰਨ ਚੱਲਦਾ ਰਹੇ ਤਾਂ ਕਿ ਕੋਈ ਦੂਸਰੀ ਗੱਲ ਨਾ ਆਵੇ। ਇਸ ਲਈ ਤੇ ਸਤਿਗੁਰੂ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਕਿਉਂਕਿ ਹਰ ਸਾਹ ਨਾਲ ਚੱਲਦਾ ਰਹੇਗਾ ਤਾਂ ਫਿਰ ਮਨ ਵਿੱਚ ਵਾਸਨਾ ਉੱਠਣ ਦੀ ਸੰਭਾਵਨਾ ਘਟ ਜਾਏਗੀ। ਇਸ ਲਈ ਸਤਿਗੁਰੂ ਕਹਿੰਦੇ ਜਿਹੜੇ ਕਾਮ ਕ੍ਰੋਧ ਨੇ ਇਹ ਬੰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਧਨ ਨੂੰ ਲੁੱਟ ਲੈਂਦੇ ਨੇ। ਕਾਮ ਕ੍ਰੋਧ ਅੰਤਰ ਧਨ ਹਿਰੈ, ਦੁਬਿਧਾ ਛੋੜ ਨਾਮ ਨਿਸਤਰ ਹੈ। ਸਤਿਗੁਰੂ ਕਹਿੰਦੇ ਦੁਬਿਧਾ ਨੂੰ ਛੱਡ ਤੇ ਵਾਹਿਗੁਰੂ ਦੇ ਨਾਮ ਨਾਲ ਜੁੜ, ਇਹਦੇ ਨਾਲ ਹੀ ਨਿਸਤਾਰਾ ਹੁੰਦਾ ਹੈ। ਦੁਬਿਧਾ ਵਿੱਚੋਂ ਨਿਕਲ। ਦੁਬਿਧਾ ਬਹੁਤ ਕੁਰਾਹੇ ਪਾਉਂਦੀ ਹੈ। ਦੁਬਿਧਾ ਦੁਚਿੱਤਾਪਨ, ਤੇ ਦੁਚਿੱਤੇਪਨ ਵਿੱਚ ਲੋਕ ਹਮੇਸ਼ਾ ਖੱਜਲ ਹੁੰਦੇ ਨੇ। ਸਿਫਤ ਸਲਾਹਣ ਸਹਿਜ ਆਨੰਦ, ਵਾਹਿਗੁਰੂ ਦੀ ਸਿਫਤ ਸਲਾਹ ਤੇ ਸਹਿਜ, ਸਤਿਗੁਰੂ ਕਹਿੰਦੇ ਇਹਦੇ ਵਿੱਚ ਆਨੰਦ ਹੈ। ਉਹਨੂੰ ਸਿਮਰ, ਉਸ ਵਾਹਿਗੁਰੂ ਨੂੰ ਧਿਆ, ਇਹਦੇ ਵਿੱਚ ਬੜਾ ਸਕੂਨ ਹੈ, ਬੜਾ ਆਨੰਦ ਹੈ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਸਤਿਗੁਰੂ ਕਹਿੰਦੇ ਉਹ ਸਖਾ ਸੈਨ ਵਾਹਿਗੁਰੂ ਗੋਬਿੰਦ, ਉਸੇ ਦਾ ਪ੍ਰੇਮ ਆਪਣੇ ਅੰਦਰ ਲਿਆ। ਮਾਇਆ ਦਾ ਮੋਹ ਸਭ ਝੂਠਾ ਹੈ, ਉਸ ਆਪਣੇ ਸਖੇ, ਕਿਉਂਕਿ ਵਾਹਿਗੁਰੂ ਹੀ ਇੱਕੋ ਇੱਕ ਸਾਡਾ ਸਖਾ ਹੈ, ਸਾਡਾ ਸੰਬੰਧੀ ਹੈ, ਜੋ ਸਾਡੀ ਰੂਹ ਦਾ ਸਾਥੀ। ਉਹਦੇ ਨਾਲ ਪ੍ਰੇਮ ਪਾ। ਆਪੇ ਕਰੇ ਆਪੇ ਬਖਸ਼ਿੰਦ, ਉਹ ਆਪ ਹੀ ਸਭ ਕੁਝ ਕਰਦਾ ਹੈ, ਉਹ ਆਪ ਹੀ ਸਭ ਬਖਸ਼ਿਸ਼ਾਂ ਦੇਣ ਵਾਲਾ ਬਖਸ਼ਿੰਦ ਹੈ, ਸਾਡੇ ਔਗਣ ਵੀ ਬਖਸ਼ ਦਿੰਦਾ ਹੈ। ਤਨ ਮਨ ਹਰ ਪੈ ਆਗੈ ਜਿੰਦ, ਆਪਣਾ ਤਨ ਆਪਣਾ ਮਨ ਸਤਿਗੁਰੂ ਕਹਿੰਦੇ ਉਸ ਨੂੰ ਸੌਂਪ ਦੇ, ਆਪਣੀ ਜਿੰਦ ਜਾਨ ਸਭ ਕੁਝ ਉਸ ਦੇ ਹਵਾਲੇ ਕਰ ਦੇ। ਸਭ ਕੁਝ ਕਿ ਉਹ ਜੈਸਾ ਸਲੂਕ ਕਰੇ ਪ੍ਰਵਾਨ, ਚੰਗਾ ਮੰਦਾ ਜੈਸਾ ਵੀ ਪ੍ਰਵਾਨ ਕਰੇ ਨਾ ਕਰੇ ਉਹਦੀ ਮਰਜ਼ੀ, ਸਭ ਕੁਝ ਉਹਦੇ ਅੱਗੇ ਸੌਂਪ ਕੇ ਪੂਰੀ ਤਰ੍ਹਾਂ ਸਮਰਪਣ ਕਰਦੇ ਆਪਣਾ। ਝੂਠ ਵਿਕਾਰ ਮਹਾ ਦੁੱਖ ਦੇ, ਭੇਖ ਵਰਨ ਦੀਸੈ ਸਭ ਕੇ। ਸਤਿਗੁਰੂ ਕਹਿੰਦੇ ਝੂਠ ਮਨ ਦੇ ਵਿਕਾਰ ਇਹ ਬੰਦੇ ਨੂੰ ਮਹਾ ਦੁੱਖ ਦਿੰਦੇ ਨੇ, ਮਹਾ ਦੁੱਖ ਦੇ।
क्योंकि झूठ एक बारी झूठ बोलते हैं फिर उस झूठ नूं सच सिद्ध करने लई हज़ारां झूठ होर बोलने पैंदे ने, फिर बड़ा दुख लगता है। कई बारी हुण ख्याल रखना कि जिहड़ा बंदा झूठ बोलदा ना ਉਹਨੂੰ याददाश्त बड़ी ਉਹਦੀ ਵਧੀਆ होनी चाहिए है, ਤਾਂ ही ਉਹ झूठ बोल सकता है। क्योंकि ਉਹਨੂੰ चेता रखना पेगा कि फलाने बंदे नूं की किहा सी ते फलाने नूं की किहा सी, क्योंकि वो बदल नहीं ना सकता कि कल कोई गल होर सी अज। इसलिए बहुते जिहड़े लोग झूठ बोलते हैं ना वो छेती फड़े जाते हैं। फड़े इसलिए जाते हैं क्योंकि वो कल उन्होंने उही गल किसी होर ढंग नाल कही सी, अज वो होर ढंग नाल कह रहे। सच जिहड़ा है तुसीं वो सच भावें 10 साल पहलां होवे ते चाहे 50 साल बाद, ਉਹਨੂੰ ਹੂਬਹੂ ਉਵੇਂ ਦਾ ਉਵੇਂ ਹੀ ਬੋਲ ਦਿਓ ਕਿ ਜਿਵੇਂ ਤੁਸੀਂ ਜਾਣਦੇ ਹੋ। ਸੱਚ ਨੂੰ ਬਦਲਣਾ ਨਹੀਂ ਪੈਂਦਾ, ਉਹ ਤੇ ਜੈਸਾ ਹੈ ਵੈਸਾ ਹੀ ਰਹਿੰਦਾ। ਇਸ ਲਈ ਸਤਿਗੁਰੂ ਕਹਿੰਦੇ ਇਹ ਝੂਠ ਜਿਹੜਾ ਨਾ ਬੰਦੇ ਨੂੰ ਦੁੱਖ ਦਿੰਦਾ, ਇਹਦੀ ਦੇਹੀ ਨੂੰ, ਇਹ ਵਿਕਾਰ ਬੰਦੇ ਨੂੰ ਦੁੱਖ ਦਿੰਦੇ ਨੇ। ਭੇਖ ਵਰਨ ਦੀਸੈ ਸਭ ਖੇ, ਆ ਜਿਹੜੇ ਬਾਹਰਲੇ ਧਰਮ ਦੇ ਭੇਖ ਨੇ, ਪਖੰਡ ਨੇ, ਸਤਿਗੁਰੂ ਕਹਿੰਦੇ ਇਹ ਸਭ ਖੇ ਨੇ, ਇਹਨਾਂ ਤੋਂ ਕੋਈ ਲਾਭ ਨਹੀਂ ਹੁੰਦਾ। ਜੋ ਉਪਜੈ सो आवे जाए, जो उपजया है जो आया है वो जावेगा ही, वो इस दुनिया तो जाएगा ही। नानक अस्थिर नाम रजाए, हमेशा रहन वाला सिर्फ परमात्मा का नाम है, जिहड़ा उहदी रज़ा विच रहिंदा है वो रहिंदा है हमेशा। इसलिए सतगुरु कहंदे उहदी रज़ा विच रह, उहदे नाम विच जुड़िया रहो, ਤਾਂ ਹੀ ਸੁੱਖ ਤੇ ਆਨੰਦ ਹਾਸਲ ਹੋਣਾ, ਇਸ ਤੋਂ ਬਿਨਾਂ ਨਹੀਂ। ਸਤਿਗੁਰੂ ਰਹਿਮਤ ਕਰੇ, ਉਹਦੇ ਭਾਣੇ ਅੰਦਰ, ਉਹਦੀ ਰਜ਼ਾ ਅੰਦਰ ਤੁਰਨ ਦਾ ਬਲ ਸਤਿਗੁਰੂ ਸਾਨੂੰ ਬਖਸ਼ੇ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।